ਤੁਸੀਂ ਸੁਣ ਰਹੇ ਹੋ ਹਰੀਸ਼ੰਕਰ ਪਰਸਾਈ ਦਾ ਲਿਖਿਆ ਹੋਇਆ ਲਘੂ ਨੋਵਲ ਕਿਨਾਰੇ ਦੀ ਭਾਲ। ਇੱਕ ਹਫ਼ਤੇ ਬਾਅਦ ਹੀ ਇੱਕ ਦਿਨ ਸਵੇਰੇ ਬਿਮਲਾ ਨੇ ਕਿਹਾ, ਵੀਰੇ, ਸ਼ੀਲਾ ਤਾਂ ਕੱਲ ਮੁੜ ਆਈ। ਉੱਥੇ ਉਹਦਾ ਦਿਲ ਨਹੀਂ ਲੱਗਿਆ। ਉਹ ਭਲੇ ਲੋਕ ਨਹੀਂ ਸਨ। ਬੜੀ ਪਤਲੀ ਹੋ ਗਈ ਵਿਚਾਰੀ। ਮੈਂ 2-3 ਦਿਨ ਉਸ ਕੋਲ ਜਾ ਨਹੀਂ ਸਕਿਆ। ਚੌਥੇ ਦਿਨ ਬਿਮਲਾ ਬੜੀ ਪਰੇਸ਼ਾਨ ਲੱਗੀ। ਮੈਨੂੰ ਕਹਿਣ ਲੱਗੀ, ਵੀਰੇ, ਉਹ ਕੁੜੀ ਤਾਂ ਬੜੀ ਅਨੋਖੀ ਹੈ। ਅੱਜ ਮੈਨੂੰ ਸੜਕ ਤੇ ਮਿਲੀ ਤਾਂ ਮੈਨੂੰ ਉਸ ਵਿੱਚ ਅਜੀਬ ਜਿਹਾ ਬਦਲਾਅ ਦਿਸਿਆ। ਉਹਨੇ ਬੜੀ ਚਮਕੀਲੀ ਸਾੜੀ ਪਾਈ ਸੀ। ਵਾਲ ਵੀ ਨਵੇਂ ਤਰੀਕੇ ਨਾਲ ਸਵਾਰੇ ਸਨ ਜੋ ਸੁਹਜਾਤਮਕ ਵੀ ਨਹੀਂ ਸਨ। ਉਹਨੇ ਬੁੱਲ ਵੀ ਰੰਗੇ ਹੋਏ ਸਨ ਅਤੇ ਉੱਚੀ ਅੱਡੀ ਦੇ ਸੈਂਡਲ ਪਾਏ ਸਨ। ਮੈਂ ਤਾਂ ਉਹਨੂੰ ਵੇਖ ਕੇ ਦੰਗ ਹੀ ਰਹਿ ਗਈ। ਉਸ ਵਿੱਚ ਕਿਹਾ ਬਦਲਾਅ ਆ ਗਿਆ। ਮੈਥੋਂ ਤਾਂ ਉਸ ਵੱਲ ਝਾਕਿਆ ਨਾ ਗਿਆ। ਮੈਂ ਤਾਂ ਉਸਨੂੰ ਸਿਆਣੀ ਕੁੜੀ ਸਮਝਦੀ ਸੀ। ਮੈਂ ਕਿਹਾ, ਹੁਣ ਉਸਨੂੰ ਸਿਆਣੀ ਸਮਝਣ ਵਿੱਚ ਕੀ ਰੁਕਾਵਟ ਹੈ? ਉਹ ਚੰਗੇ ਕੱਪੜੇ ਪਾਉਣ ਲੱਗੀ, ਸਜਣ ਲੱਗੀ ਹੈ। ਇਹੋ ਬਿਮਲਾ ਨੇ ਕਰੜੇ ਸੁਰ ਵਿੱਚ ਕਿਹਾ, ਇਸਨੂੰ ਸਜਣਾ ਕਹਿੰਦੇ ਨੇ? ਇਹ ਤਾਂ ਬਾਜ਼ਾਰੂਪਨ ਹੈ। ਜਦ ਮੈਂ ਉਸਨੂੰ ਕਿਹਾ, ਇਹ ਤੂੰ ਕੀ ਕੀਤਾ, ਕੀ ਢੋਂਗ ਰਚਿਆ ਹੈ, ਤਾਂ ਉਸਨੇ ਬੜੀ ਆਕੜ ਵਿੱਚ ਕਿਹਾ, ਕਿਉਂ, ਇਸ 'ਚ ਕੀ ਬੁਰਾ ਹੈ? ਜਿਉਣਾ ਹੈ ਤਾਂ ਠਾਠ ਨਾਲ ਜਿਉਣਾ ਚਾਹੀਦਾ। ਸਿਆਣੀ ਬਣ ਕੇ ਰਹਿਣ ਨਾਲ ਵੀ ਤਾਂ ਬੁਰਾਈ ਮੱਥੇ ਮੜੀ ਜਾਂਦੀ ਹੈ। ਇਸ ਲਈ ਸਿਆਣਪ ਵਿੱਚ ਕੋਈ ਫਾਇਦਾ ਨਹੀਂ। ਹੁਣ ਜੇ ਮੈਂ ਇਹੋ ਜਿਹੀ ਹੋ ਗਈ ਹਾਂ ਤਾਂ ਲੋਕਾਂ ਦੀਆਂ ਟਿਕਚਰਾਂ ਵੀ ਘਟਦੀਆਂ ਜਾ ਰਹੀਆਂ ਹਨ। ਆਦਮੀ ਚਿੱਟੇ ਤੇ ਹੀ ਕਾਲੀ ਕੂਚੀ ਮਾਰਦਾ ਹੈ। ਜੋ ਕਾਲਾ ਹੈ ਉਸ ਤੇ ਕੋਈ ਰੰਗ ਬਰਬਾਦ ਨਹੀਂ ਕਰਦਾ। ਤੈਨੂੰ ਜੇ ਮੇਰੇ ਮੱਥੇ ਲੱਗਣਾ ਬੁਰਾ ਲੱਗਦਾ ਤਾਂ ਨਾ ਆਇਆ ਕਰ। ਮੈਂ ਬਿਮਲਾ ਨੂੰ ਸਮਝਾਇਆ ਕਿ ਉਹ ਅੰਦਰੋਂ ਪਤਿਤ ਨਹੀਂ। ਉਹ ਆਪਣੀਆਂ ਭਾਵਨਾਵਾਂ ਦੇ ਦੂਜੇ ਸਿਰੇ ਤੇ ਪਹੁੰਚ ਗਈ ਹੈ। ਹੁਣ ਤੱਕ ਉਹ ਦੂਜਿਆਂ ਦੀ ਰੁਚੀ ਅਰੁਚੀ ਜਾਂ ਭਲੇ ਬੁਰੇ ਦਾ ਖਿਆਲ ਰੱਖਦੀ ਸੀ। ਹੁਣ ਉਸ ਵਿੱਚ ਨਿਰਪੱਖਤਾ ਦੀ ਭਾਵਨਾ ਆ ਗਈ ਹੈ। ਬਿਮਲਾ ਨੇ ਮੈਨੂੰ ਸਿੱਧਾ ਸਵਾਲ ਕੀਤਾ, ਪਰ ਕੀ ਤੂੰ ਉਸਦਾ ਇਹ ਰੰਗ ਢੰਗ ਨਹੀਂ ਸਮਝਦਾ, ਪਸੰਦ ਕਰਦਾ ਹੈ? ਮੈਂ ਕਿਹਾ, ਨਹੀਂ। ਬਿਮਲਾ ਇੱਕਦਮ ਖੜੀ ਹੋ ਗਈ। ਬੋਲੀ, ਮੈਂ ਹੁਣੇ ਜਾ ਕੇ ਉਸਨੂੰ ਕਹਿ ਦਿੰਦੀ ਹਾਂ। ਤੇਰੀ ਗੱਲ ਉਹ ਮੰਨਦੀ ਹੈ। ਉਹ ਮੁੜ ਕੇ ਆਈ ਤੇ ਕਹਿਣ ਲੱਗੀ, ਮੈਂ ਆਖਿਆ ਸੀ ਨਾ, ਉਹ ਜਿਵੇਂ ਤੇਰੇ ਮਨਾ ਕਰਨ ਦੀ ਉਡੀਕ ਵਿੱਚ ਹੀ ਸੀ। ਫਿਰ ਜੋਗਣ ਬਣ ਗਈ ਹੈ। ਮੈਂ ਦੂਜੇ ਦਿਨ ਉਸ ਕੋਲ ਗਿਆ। ਉਹ ਵਿਹੜੇ ਵਿੱਚ ਬੈਠੀ ਕੱਪੜੇ ਧੋ ਰਹੀ ਸੀ। ਮੈਂ ਉੱਥੇ ਹੀ ਮੰਜੇ ਤੇ ਬੈਠ ਗਿਆ। ਉਹ ਬਹੁਤ ਪਤਲੀ ਹੋ ਗਈ ਸੀ। ਉਹਦੀਆਂ ਅੱਖਾਂ ਵਿੱਚੋਂ ਦਰਦ ਫੁੱਟਦਾ ਸੀ। ਉਹਦੇ ਚਿਹਰੇ ਤੇ ਇੰਨਾ ਦਰਦ ਮੈਂ ਉਸ ਦਿਨ ਵੀ ਨਹੀਂ ਦੇਖਿਆ ਜਿਸ ਦਿਨ ਉਸਦਾ ਇੱਕੋ ਇੱਕ ਸਹਾਰਾ ਉਸਦਾ ਪਿਓ ਸੰਸਾਰ ਤੋਂ ਵਿਦਾ ਹੋਇਆ ਸੀ। ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਪੁੱਛਿਆ, ਤੂੰ ਇੰਨੀ ਛੇਤੀ ਕਿਵੇਂ ਮੁੜ ਆਈ? ਉੱਥੇ ਵਧੀਆ ਨਹੀਂ ਲੱਗਿਆ? ਫਿੱਕਾ ਜਿਹਾ ਮੁਸਕਰਾ ਕੇ ਬੋਲੀ, ਮੇਰੇ ਲਈ ਕੀ ਚੰਗਾ ਲੱਗਣਾ, ਕੀ ਮਾੜਾ ਲੱਗਣਾ? ਸੂਲਾਂ ਤੇ ਤੁਰਨ ਵਾਲਿਆਂ ਨੂੰ 1-2 ਸੂਲਾਂ ਵੱਧ ਚੁਭਣ ਜਾਂ ਘੱਟ ਕੀ ਫਰਕ ਪੈਂਦਾ ਹੈ? ਅਸਲ ਗੱਲ ਇਹ ਹੈ ਕਿ ਮੈਂ ਤੁਰੀ ਫਿਰਦੀ ਅੱਗ ਹਾਂ। ਜਿਸ ਘਰ ਜਾਂਦੀ ਹਾਂ ਉੱਥੇ ਹੀ ਸੁਲਗਣ ਲੱਗਦੀ ਹਾਂ। ਹੁਣ ਤੁਹਾਡੇ ਤੋਂ ਕੀ ਲੁਕੋ? 3 ਜਣੇ ਨੇ ਉਸ ਘਰ ਵਿੱਚ, ਭੈਣ ਭਣੋਈਆ ਤੇ ਭੈਣ ਦੀ ਸੱਸ। ਮੇਰੇ ਪਹੁੰਚਦਿਆਂ ਤਿੰਨਾਂ ਤੇ 3 ਤਰ੍ਹਾਂ ਦੇ ਪ੍ਰਤੀਕਰਮ ਹੋਏ। ਸੱਸ ਨੂੰ ਤਾਂ ਲੱਗਿਆ ਕਿ ਕਿੱਥੋਂ ਬਲਾ ਸਿਰਾ ਪਈ। ਮੇਰੀ ਬਦਨਾਮੀ ਉਹਨਾਂ ਤੱਕ ਪਹੁੰਚ ਗਈ ਹੈ ਕਿਉਂਕਿ ਬੁਰਾਈ ਦੇ 1000 ਮੂੰਹ ਤੇ 1000 ਕੰਨ ਹੁੰਦੇ ਹਨ। ਭਣੋਈਏ ਦਾ ਇਹ ਹਾਲ ਹੈ ਕਿ ਬਿਨ ਮਾਂ ਪਿਓ ਦੀ ਬਿਪਤਾ ਵਿੱਚ ਫਸੀ ਕੁੜੀ ਨੂੰ ਵਰਤਣ ਦੀ ਉਹਨੇ ਮਿੱਥ ਲਈ ਹੈ। ਦੂਜੇ ਦਿਨ ਹੀ ਉਹ ਮੇਰੇ ਲਈ ਗੁਲਾਬ ਦਾ ਫੁੱਲ ਲਿਆਉਣ ਲੱਗਿਆ ਤੇ ਇਕਾਂਤ ਵਿੱਚ ਦੇਣ ਦਾ ਮੌਕਾ ਲੱਭਣ ਲੱਗਿਆ। ਵਿਚਾਰੀ ਭੈਣ ਮੇਰੇ ਰੰਗ ਰੂਪ ਤੋਂ ਘਬਰਾਈ। ਉਹਨੂੰ ਉਸ ਗੁਲਾਬ ਦੇ ਫੁੱਲ ਦੀ ਬਦਬੂ ਆ ਗਈ ਹੋਣੀ। ਮੈਂ ਤੰਗ ਹੋ ਕੇ ਉੱਥੋਂ ਆ ਗਈ। ਬੜੇ ਵਹਾ ਜਿਹੇ ਵਿੱਚ ਉਹ ਬੋਲ ਗਈ, ਫਿਰ ਚੁੱਪ ਹੋ ਗਈ ਤੇ ਬੂਹੇ ਵੱਲ ਤੱਕਣ ਲੱਗੀ। ਜੋ ਕਹਿ ਨਹੀਂ ਸੀ ਸਕੀ ਉਹ ਉਸ ਦੇ ਅੰਦਰ ਸੁਲਗ ਰਿਹਾ ਸੀ। ਮੈਨੂੰ ਕੁਝ ਕਹਿਣ ਲਾਇਕ ਸੁੱਝ ਨਹੀਂ ਸੀ ਰਿਹਾ। ਹੌਸਲਾ ਦੇਣ ਲਈ ਅੰਤ ਮੈਂ ਕਿਹਾ, ਚੱਲ ਛੱਡ ਉਸ ਗੱਲ ਨੂੰ। ਹੁਣ ਤੈਨੂੰ ਕਿਤੇ ਭੜਕਣ ਦੀ ਲੋੜ ਨਹੀਂ। ਉਰੇ ਰਹਿ। ਕੁਝ ਦਿਨਾਂ ਵਿੱਚ ਨੌਕਰੀ ਲੱਗ ਜਾਣੀ ਹੈ। ਨੌਕਰੀ ਕਰ ਅਤੇ ਖੂਬ ਪੜ੍ਹ। ਮੇਰੇ ਲਫ਼ਜ਼ ਉਸਨੂੰ ਛੋਹ ਨਾ ਸਕੇ। ਉਸਨੇ ਡੂੰਘਾ ਸਾਹ ਛੱਡਿਆ ਅਤੇ ਮੇਰੇ ਵੱਲ ਬੜੀਆਂ ਡਰੀਆਂ ਅੱਖਾਂ ਨਾਲ ਦੇਖਿਆ। ਉਸ ਤੱਕਣੀ ਵਿੱਚ ਸਿਰਫ ਦਰਦ ਨਹੀਂ ਸੀ, ਇੱਕ ਤਰ੍ਹਾਂ ਦੀ ਖਿਝ ਅਤੇ ਨਫ਼ਰਤ ਦਾ ਭਾਵ ਸੀ। ਉਸ ਸਮੇਂ ਮੈਂ ਉਸਨੂੰ ਨਹੀਂ ਸਮਝਿਆ। ਹੁਣ ਮੈਨੂੰ ਸਪਸ਼ਟ ਸਮਝ ਆਉਂਦਾ ਹੈ ਕਿ ਮੇਰੇ ਕੋਰੇ ਸ਼ਬਦਾਂ ਵਿੱਚ ਉਹ ਬੇਚੈਨੀ ਨਹੀਂ ਸੀ। ਉਹਨਾਂ ਅੱਖਾਂ ਵਿੱਚ ਨਫ਼ਰਤ ਵਰਗਾ ਭਾਵ ਸੀ ਜੋ ਇਹ ਕਹਿੰਦਾ ਸੀ ਕਿ ਮੈਂ ਕਿੰਨਾ ਬਚ ਕੇ, ਕਿੰਨਾ ਡਰ ਕੇ ਉਸਦੀ ਮਦਦ ਕਰਨਾ ਚਾਹੁੰਦਾ ਹਾਂ। ਬੁਝਦੇ ਦੀਵੇ ਨੂੰ ਹਥੇਲੀ ਦੀ ਓਟ ਕਰਨੀ ਪੈਂਦੀ ਹੈ। ਉਸਦੇ ਆਲੇ ਦੁਆਲੇ ਤੇਲ ਦੇ ਪੀਪੇ ਡੋਲਣ ਨਾਲ ਉਹ ਨਹੀਂ ਬਚਦਾ। ਮੈਂ ਤੇਲ ਨੂੰ ਉਸਦੀ ਲੋੜ ਸਮਝਦਾ ਸੀ, ਪਰ ਉਸਨੂੰ ਓਟ ਚਾਹੀਦੀ ਸੀ। ਮੇਰੇ ਕੋਰੇ ਨਿਰਲੇਪ ਮਨੁੱਖੀ ਭਾਵ ਨਾਲ ਉਹ ਵਿਆਕੁਲ ਹੋ ਗਈ। ਉਸੇ ਸਮੇਂ ਉਸਨੂੰ ਪਿਆਸ ਲੱਗੀ। ਉਹ ਯਕਦਮ ਉੱਠੀ, ਉੱਥੇ ਰੱਖਿਆ ਟੀਨ ਦਾ ਡੱਬਾ ਚੱਕਿਆ
ਅਤੇ ਜਿਸ ਬਾਲਟੀ ਵਿੱਚੋਂ ਉਸਨੇ ਕੱਪੜਾ ਨਿਚੋੜ ਕੇ ਧੋਤਾ ਸੀ ਉਸੇ ਵਿੱਚੋਂ ਡੱਬਾ ਭਰ ਕੇ ਪਾਣੀ ਪੀਣ ਲੱਗੀ। ਮੈਂ ਇੱਕਦਮ ਉੱਠਿਆ ਤੇ ਡੱਬਾ ਹੱਥੋਂ ਖੋਹ ਕੇ ਸੁੱਟ ਕੇ ਬੋਲਿਆ ਕਿ ਹੀ ਪਾਗਲ ਹੋ ਗਈ ਏ, ਉਹ ਕੱਪੜਿਆਂ ਦਾ ਨਿਚੋੜ ਹੈ, ਗੰਦਾ ਪਾਣੀ। ਉਸਨੇ ਬੜੀ ਚੁਣੌਤੀ ਅਤੇ ਘਮੰਡ ਨਾਲ ਮੇਰੇ ਵੱਲ ਦੇਖਿਆ ਤੇ ਕਰੜੇ ਸੁਰ ਵਿੱਚ ਬੋਲੀ, ਠੀਕ ਹੈ, ਉਸ ਵਿੱਚ ਕੀ ਖਰਾਬੀ ਹੈ? ਗੰਦਾ ਬੰਦਾ, ਗੰਦਾ ਪਾਣੀ। ਉਹ ਹੱਸਣ ਦੀ ਕੋਸ਼ਿਸ਼ ਕਰਨ ਲੱਗੀ। ਦੂਜੇ ਹੀ ਪਲ ਉਸਦੀਆਂ ਅੱਖਾਂ ਭਰ ਆਈਆਂ ਤੇ ਉਹ ਚੀਖ ਮਾਰ ਕੇ ਮੇਰੇ ਨਾਲ ਲਿਪਟ ਗਈ। ਮੇਰੀ ਹਿੱਕ ਤੇ ਸਿਰ ਰੱਖ ਕੇ ਸਿਸਕਣ ਲੱਗੀ। ਮੈਂ ਕੁਝ ਸੋਚਣ ਸਮਝਣ ਲਾਇਕ ਨਹੀਂ ਸੀ ਰਹਿ ਗਿਆ। ਸਹਿਜਤਾ ਨਾਲ ਉਸਦੇ ਸਿਰ ਤੇ ਹੱਥ ਫੇਰਨ ਲੱਗਾ। ਉਹ ਬੇਹੋਸ਼ ਜਿਹੀ ਹੋ ਗਈ। ਬੜੀ ਦੇਰ ਡੁਸਕਦੀ ਰਹੀ, ਫਿਰ ਇੱਕਦਮ ਹਟ ਗਈ। ਉਹਦੀਆਂ ਅੱਖਾਂ ਵਿੱਚ ਸ਼ਰਮ ਜਿਹੀ ਆ ਗਈ ਅਤੇ ਉਹ ਅਟਪਟੇ ਸੁਰ ਵਿੱਚ ਬੋਲੀ, ਕਿਹਾ ਪਾਗਲਪਨ ਹੈ ਮੇਰਾ। ਮੈਂ ਗੰਭੀਰ ਸੁਰ ਵਿੱਚ ਕਿਹਾ, ਪਾਗਲਪਨ ਕਹਿ ਤੂੰ ਗੱਲ ਨੂੰ ਟਾਲਣਾ ਚਾਹੁੰਦੀ ਏ, ਪਰ ਮੈਂ ਵੇਖ ਰਿਹਾ ਤੇਰੀ ਜਿਉਣ ਦੀ ਇੱਛਾ ਸਭ ਖਤਮ ਹੋ ਚੁੱਕੀ ਏ। ਉਹਨੇ ਅੱਖਾਂ ਚੁੱਕੀਆਂ ਤੇ ਬੋਲੀ, ਵਾਹ, ਤੁਸੀਂ ਕਿਵੇਂ ਬੁੱਝਿਆ? ਜਿਉਣ ਦੀ ਇੱਛਾ ਨਾ ਹੁੰਦੀ ਤਾਂ ਇੱਧਰ ਉੱਧਰ ਟਿਕਾਣਾ ਕਿਉਂ ਭਾਲਦੀ ਫਿਰਦੀ? ਉਹ ਖੁਦ ਇਹਨਾਂ ਸ਼ਬਦਾਂ ਦੀ ਅਸਾਰਤਾ ਸਮਝ ਰਹੀ ਸੀ। ਮੈਂ ਕਿਹਾ ਕਿ ਤੂੰ ਖੁਦ ਨੂੰ ਵੀ ਭੁਲੇਖੇ 'ਚ ਪਾ ਰਹੀ ਏ ਤੇ ਮੈਨੂੰ ਵੀ। ਤੂੰ ਉਸ ਪਾਰ ਪਹੁੰਚ ਗਈ ਏ ਜਦ ਆਦਮੀ ਚੰਗੇ ਮਾੜੇ ਦਾ ਫਰਕ ਕਰਨਾ ਬੰਦ ਕਰ ਦਿੰਦਾ ਹੈ। ਬਣਨ ਅਤੇ ਵਿਗੜਨ ਵਿੱਚ ਕੋਈ ਫਰਕ ਨਹੀਂ ਸਮਝਦਾ। ਜ਼ਿੰਦਗੀ ਤੋਂ ਭਰੋਸਾ ਉੱਠ ਜਾਂਦਾ ਹੈ। ਇਹ ਉਦਾਸੀ ਦੀ ਚਰਮ ਸੀਮਾ ਹੈ। ਜ਼ਿੰਦਗੀ ਤੋਂ ਵੱਧ ਕੇ ਕੁਝ ਨਹੀਂ। ਇਸ ਨੂੰ ਇਸ ਤਰ੍ਹਾਂ ਖਤਮ ਨਹੀਂ ਕੀਤਾ ਜਾਂਦਾ। ਉਹ ਉਸੇ ਤਰ੍ਹਾਂ ਦੇਖਦਿਆਂ ਬੋਲੀ, ਪਰ ਜਦ ਜਿਉਣਾ ਮਰਨ ਤੋਂ ਵੀ ਬੱਦਰ ਹੋ ਜਾਵੇ ਤਦ? ਨਹੀਂ, ਹੁਣ ਮੈਨੂੰ ਜਿਉਣ ਦੀ ਇੱਛਾ ਨਹੀਂ ਹੈ। ਮੈਂ ਕਿਹਾ, ਤੇਰੇ ਕੋਲ ਚੰਗਾ ਦਿਮਾਗ ਹੈ, ਅਟੁੱਟ ਤਾਕਤ ਹੈ ਜੋ ਮੈਂ ਦੇਖੀ ਹੈ। ਤੂੰ ਬੜੇ ਹੌਸਲੇ ਨਾਲ ਜਿਉ ਸਕਦੀ ਏ। ਉਹ ਉਸੇ ਤਰ੍ਹਾਂ ਨਿਰਾਸ਼ ਸੁਰ ਵਿੱਚ ਬੋਲੀ, ਨਹੀਂ, ਹੁਣ ਨਹੀਂ ਜਿਉ ਸਕਦੀ। ਹੁਣ ਮੈਂ ਬਿਲਕੁਲ ਹਾਰ ਗਈ ਹਾਂ। ਮੇਰਾ ਕੋਈ ਨਹੀਂ ਹੈ। ਇਉਂ ਬੇਸਹਾਰੇ ਜ਼ਿੰਦਗੀ ਕਿਵੇਂ ਚੱਲ ਸਕਦੀ ਹੈ? ਮੈਂ ਚੁੱਪ ਹੋ ਗਿਆ। ਉਸ ਸਮੇਂ ਮੇਰੇ ਅੰਦਰ ਬੜੀ ਹਲਚਲ ਸੀ। ਕੁਝ ਅਜਿਹੀ ਗੱਲ ਸੀ ਜਿਸਨੇ ਮੇਰੇ ਮਰਦਪੁਣੇ ਨੂੰ ਜਗਾ ਦਿੱਤਾ। ਮੈਨੂੰ ਉਹ ਕੁੜੀ ਇੱਕ ਚੁਣੌਤੀ ਜਿਹੀ ਲੱਗੀ। ਮੈਂ ਉਸੇ ਸਮੇਂ ਤੈਅ ਕਰ ਲਿਆ। ਕੁਝ ਮਾਣ ਦੇ ਸੁਰ ਵਿੱਚ ਮੈਂ ਅਡੋਲਤਾ ਨਾਲ ਕਿਹਾ, ਸ਼ੀਲਾ, ਤੇਰਾ ਕੋਈ ਨਹੀਂ। ਤੂੰ ਇੰਜ ਕਿਉਂ ਸੋਚਦੀ ਹੈ? ਬਿਮਲਾ ਤੇਰੀ ਸਹੇਲੀ ਹੈ ਅਤੇ ਮੈਂ ਤੇਰਾ ਸਾਥ ਦੇਵਾਂਗਾ। ਮੈਂ ਜ਼ਿੰਦਗੀ ਭਰ ਬਿਤਾਵਾਂਗਾ। ਉਹ ਹੈਰਾਨ ਹੋਈ, ਸਿਰ ਚੁੱਕਿਆ ਅਤੇ ਬੜੀ ਤਿੱਖੀ ਨਜ਼ਰ ਨਾਲ ਸਿੱਧਾ ਮੇਰੇ ਵੱਲ ਦੇਖ ਕੇ ਕਿਹਾ, ਤੁਸੀਂ ਜਲਦਬਾਜ਼ੀ ਵਿੱਚ ਕਹਿ ਰਹੇ ਹੋ, ਸਿਰਫ ਬਿਤਾਉਣ ਲਈ ਬਿਤਾਉਂਗੇ। ਮੈਨੂੰ ਗਲਤੀ ਦਾ ਅਹਿਸਾਸ ਹੋਇਆ। ਮੈਂ ਭੁੱਲ ਗਿਆ ਸੀ ਕਿ ਮੈਂ ਬੜੀ ਅਕਲਮੰਦ ਔਰਤ ਨਾਲ ਗੱਲ ਕਰ ਰਿਹਾ ਹਾਂ। ਬਿਤਾਉਣਾ ਸ਼ਬਦ ਉਸਨੇ ਫੜ ਲਿਆ। ਮੈਂ ਕਿਹਾ, ਨਹੀਂ, ਸਿਰਫ ਬਿਤਾਉਣ ਲਈ ਨਹੀਂ। ਮੈਨੂੰ ਤੇਰੀ ਲੋੜ ਹੈ। ਮੈਂ ਤੈਨੂੰ ਪਿਆਰ ਕਰਦਾ, ਤੈਨੂੰ ਸਵੀਕਾਰਾਂਗਾ। ਤੂੰ ਇੱਜ਼ਤ ਨਾਲ ਮੇਰੇ ਘਰ ਵਿੱਚ ਰਹੇਂਗੀ। ਉਸਨੂੰ ਯਕੀਨ ਨਹੀਂ ਹੋ ਰਿਹਾ ਸੀ। ਬੋਲੀ, ਤੁਸੀਂ ਵਹਿਣ ਵਿੱਚ ਆਖ ਰਹੇ ਹੋ। ਫਿਰ ਦੂਜੇ ਹੀ ਪਲ ਉਸਨੇ ਬੜੇ ਸੁਚੇਤ ਸੁਰ ਵਿੱਚ ਪੁੱਛਿਆ, ਤੁਸੀਂ ਸੱਚੀ ਕਹਿੰਦੇ ਹੋ? ਮੈਂ ਸ਼ਬਦਾਂ ਦੀ ਨਾਕਾਮਯਾਬੀ ਸਮਝੀ। ਉਸਨੂੰ ਜਵਾਬ ਨਹੀਂ ਦਿੱਤਾ। ਖਿੱਚ ਕੇ ਸੀਨੇ ਲਾ ਲਿਆ। ਉਸਨੇ ਇੱਕ ਟੱਕ ਮੇਰੇ ਵੱਲ ਤੱਕਿਆ। ਹੰਝੂਆਂ ਵਿੱਚ ਖੁਸ਼ੀ ਦੀ ਝਲਕ ਆਈ ਅਤੇ ਉਸਨੇ ਚੁੱਪਚਾਪ ਮੋਢੇ ਤੇ ਸਿਰ ਰੱਖ ਲਿਆ। ਸ਼ੀਲਾ ਇੱਕ ਨਵੇਕਲਾ ਉਤਸ਼ਾਹ ਅਤੇ ਆਸ ਦਿਸਣ ਲੱਗੀ। ਜੀਵਨ ਪ੍ਰਤੀ ਉਸਦੀ ਉਦਾਸੀਨਤਾ ਫਿੱਕੀ ਪੈ ਗਈ। ਉਹ ਸਹਾਰੇ ਦੀ ਗੱਲ ਕਰਦੀ ਸੀ। ਸਹਾਰਾ ਉਸਨੂੰ ਮਿਲ ਗਿਆ, ਪਰ ਉਹ ਅਸਲ ਵਿੱਚ ਸਹਾਰਾ ਨਹੀਂ ਚਾਹੁੰਦੀ ਸੀ। ਉਸਨੇ ਜਿਵੇਂ ਮੇਰੇ ਸੰਪੂਰਨ ਹਿੱਤ ਨੂੰ ਆਪਣੇ ਹੱਥ ਵਿੱਚ ਲੈ ਲਿਆ। ਮੇਰੇ ਕੱਪੜੇ ਲੀੜੇ, ਕੰਮਕਾਜ, ਸਿਹਤ, ਸਭ ਕਾਸੇ ਦੀ ਫਿਕਰ ਉਹ ਕਰਨ ਲੱਗੀ। ਮੇਰੇ ਕੋਟ ਦਾ ਟੁੱਟਿਆ ਬਟਨ ਮੇਥੋਂ ਪਹਿਲਾਂ ਉਸਨੂੰ ਦਿਸ ਜਾਂਦਾ। ਮੇਰੇ ਕੰਮ ਸੰਬੰਧੀ ਮੇਰੇ ਤੋਂ ਜ਼ਿਆਦਾ ਫਿਕਰ ਉਸਨੂੰ ਰਹਿੰਦੀ। ਮੈਂ ਕੀ ਖਾਂਦਾ ਹਾਂ, ਕਦ ਸੌਂਦਾ ਹਾਂ, ਕਿੰਨਾ ਆਰਾਮ ਕਰਦਾ, ਇਹ ਸਭ ਉਸ ਲਈ ਚਿੰਤਾ ਦਾ ਵਿਸ਼ਾ ਹੋ ਗਏ ਸਨ। ਉਹ ਖੁਦ ਸਹਾਰਾ ਬਣ ਗਈ ਸੀ। ਸਹਾਰਾ ਨਾ ਬਣ ਸਕਣਾ ਹੀ ਉਹ ਕਮੀ ਅਤੇ ਕਮਜ਼ੋਰੀ ਸੀ ਜੋ ਉਸਨੂੰ ਮਹਿਸੂਸ ਹੋ ਰਹੀ ਸੀ। ਹੁਣ ਉਸਦੀ ਸ਼ਕਤੀ ਸਫਲ ਅਤੇ ਰੂਪਮਾਨ ਹੋ ਗਈ ਸੀ ਅਤੇ ਇਸੇ ਨੂੰ ਉਹ ਸਹਾਰਾ ਕਹਿੰਦੀ ਸੀ। ਸਾਡੀ ਦੂਰੀ ਹੌਲੀ ਹੌਲੀ ਘਟਦੀ ਗਈ। ਉਹ ਮੈਨੂੰ ਖੁਦ ਲਈ ਬਹੁਤ ਲੋੜੀਂਦੀ ਮਹਿਸੂਸ ਹੁੰਦੀ। ਅਸੀਂ ਜਲਦ ਹੀ ਵਿਆਹ ਕਰਾਉਣ ਦਾ ਫੈਸਲਾ ਕੀਤਾ। ਸਾਡਾ ਰਿਸ਼ਤਾ ਲੁਕਿਆ ਨਾ ਰਿਹਾ। ਮੇਰੇ ਪਰਿਵਾਰ ਵਿੱਚ ਕਲੇਸ਼ ਹੋ ਗਿਆ ਜਿਸ ਦਾ ਮੈਨੂੰ ਡਰ ਸੀ। ਸਾਡੇ ਪਰਿਵਾਰ ਵਿੱਚ ਸ਼ੀਲਾ ਚੰਗੀ ਕੁੜੀ ਨਹੀਂ ਸੀ ਮੰਨੀ ਜਾਂਦੀ। ਉਸਦੇ ਬਾਰੇ ਵਿੱਚ ਹਰ ਅਫਵਾਹ ਸੱਚ ਕਰਕੇ ਮੰਨੀ ਜਾਂਦੀ ਸੀ। ਭਲਾਈ ਨੂੰ ਅਸੀਂ ਕਿੰਨੀ ਜਾਂਚ ਪੜਤਾਲ ਤੋਂ ਬਾਅਦ ਸਵੀਕਾਰਦੇ ਹਾਂ, ਪਰ ਬੁਰਾਈ ਨੂੰ ਯਕਦਮ ਮੰਨ ਲੈਂਦੇ ਹਾਂ। ਮੇਰੀ ਮਾਂ ਸੀ, ਵੱਡਾ ਭਰਾ ਸੀ ਅਤੇ ਭਰਜਾਈ। ਮੇਰੇ ਰਿਸ਼ਤੇ ਵਿੱਚ ਉਹਨਾਂ ਬੜੇ ਸੁਪਨੇ ਵੇਖ ਰੱਖੇ ਸਨ, ਜਿਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਮੇਰਾ ਵਿਆਹ ਕਿਸੇ ਵੱਡੇ ਧਨੀ ਜਾਂ ਰਸੂਖਦਾਰ ਘਰਾਣੇ ਦੀ ਸਿਆਣੀ ਕੁੜੀ ਨਾਲ ਹੋਵੇਗਾ। ਉਹ ਸਿਆਣੀ ਕੁੜੀ ਕਿਹੋ ਜਿਹੀ ਹੋਵੇਗੀ, ਇਸ ਦੀ ਕਿਸੇ ਕਲਪਨਾ ਨਹੀਂ ਸੀ ਕੀਤੀ। ਉਹਨਾਂ ਦੀ ਇਹ ਧਾਰਨਾ ਸੀ ਕਿ ਉਸਦੀ ਸਿਆਣਪ ਇਸੇ ਨਾਲ ਮਾਪੀ ਜਾਵੇਗੀ ਕਿ ਕਿੰਨਾ ਪੈਸਾ ਪਿਓ ਦੇ ਘਰੋਂ ਖਿੱਚ ਕੇ ਲਿਆ ਸਕਦੀ ਹੈ।
ਸ਼ੀਲਾ ਦੇ ਨਾਲ ਮੇਰੀ ਨੇੜਤਾ ਵਧਦਿਆਂ ਦੇਖ ਪਰਿਵਾਰ ਦਾ ਡਰ ਵਧਣ ਲੱਗਿਆ। ਸਭ ਤੋਂ ਮੁੱਖ ਅਤੇ ਖਤਰਨਾਕ ਮੇਰੀ ਭਾਬੀ ਸੀ। ਉਹ ਵੱਡੇ ਤੇ ਧਨੀ ਘਰਾਣੇ ਦੀ ਸੀ ਅਤੇ ਸਾਡੇ ਘਰੇ ਆ ਗਈ ਸੀ, ਜਿਸ ਨੂੰ ਉਹ ਆਪਣੀ ਮਿਹਰਬਾਨੀ ਸਮਝਦੀ ਸੀ। ਮਨੁੱਖ ਦੀ ਕੀਮਤ ਕਰਨ ਤੋਂ ਪਹਿਲਾਂ ਉਹ ਇਹ ਹਿਸਾਬ ਲਾਉਂਦੀ ਕਿ ਉਸ ਕੋਲ ਕਿੰਨਾ ਪੈਸਾ ਹੈ। ਜੇ ਉਸ ਤੋਂ ਘੱਟ ਹੁੰਦਾ ਤਾਂ ਉਸ ਨੂੰ ਮਨੁੱਖ ਮੰਨਣ ਤੋਂ ਸਾਫ਼ ਇਨਕਾਰ ਕਰ ਦਿੰਦੀ। ਜੇ ਬਰਾਬਰ ਹੁੰਦਾ ਤਾਂ ਉਹ ਉਸ ਦਾ ਮਾਨ ਸਨਮਾਨ ਖਤਮ ਕਰਨ ਲਈ ਉਸ ਦੇ ਸੰਬੰਧੀ ਕੋਈ ਖੋਟ ਲੱਭ ਲੈਂਦੀ। ਉਹਨਾਂ ਕੋਲ ਕੁਝ ਰੈਡੀਮੇਡ ਕਲੰਕ ਸਨ। ਉਹਦੇ ਪਿਓ ਨੇ ਬਾਹਰ ਰੱਖੀ ਹੋਈ ਹੈ, ਉਹ ਸ਼ਰਾਬੀ ਅਤੇ ਤੀਵੀਂਬਾਜ਼ ਹੈ, ਤੇ ਜੇ ਕੋਈ ਉਸ ਤੋਂ ਜ਼ਿਆਦਾ ਅਮੀਰ ਹੁੰਦਾ ਤਾਂ ਉਸ ਦੀ ਭਗਤਣੀ ਹੋ ਜਾਂਦੀ। ਸ਼ੀਲਾ ਦੇ ਸਬੰਧ ਵਿੱਚ ਮੇਰਾ ਇਰਾਦਾ ਉਹ ਸਮਝ ਗਈ ਸੀ। ਉਹ ਇਹ ਬਰਦਾਸ਼ਤ ਕਰਨ ਨੂੰ ਬਿਲਕੁਲ ਤਿਆਰ ਨਹੀਂ ਸੀ ਕਿ ਬਿਨ ਮਾਂ ਪਿਓ ਦੀ ਗਰੀਬ ਕੁੜੀ ਉਹਨਾਂ ਦੀ ਬਰਾਬਰੀ ਵਿੱਚ ਆ ਬੈਠੇ। ਉਹ ਜਾਣਦੀ ਸੀ ਕਿ ਉਸ ਕੁੜੀ ਨੂੰ ਕੋਈ ਮੁੰਡਾ ਨਹੀਂ ਮਿਲ ਰਿਹਾ, ਉਹਨੂੰ ਅਸੀਂ ਸਵੀਕਾਰੀਏ, ਇਸ ਨੂੰ ਆਪਣੀ ਬੜੀ ਬੇਇੱਜ਼ਤੀ ਮੰਨਦੀ ਸੀ। ਇੱਕ ਦਿਨ ਸ਼ੀਲਾ ਸਾਡੇ ਘਰ ਸੀ। ਉਹ ਬਿਮਲਾ ਦੇ ਕਮਰੇ ਵਿੱਚ ਬੈਠੀ ਗੱਲਾਂ ਕਰ ਰਹੀ ਸੀ। ਭਾਬੀ ਉੱਥੋਂ ਲੰਘੀ ਤਾਂ ਉਸਨੂੰ ਸੁਣਾ ਕੇ ਕਿਹਾ, ਕਿਹੀਆਂ ਕੁੜੀਆਂ ਨੇ 25 ਦੀਆਂ ਹੋ ਗਈਆਂ ਤੇ ਅਣਵਿਆਹੀਆਂ ਹੀ ਘੁੰਮਦੀਆਂ ਨੇ। ਸ਼ੀਲਾ ਅਕਸਰ ਉਹਨਾਂ ਦੀਆਂ ਗੱਲਾਂ ਸ਼ਾਂਤ ਰਹਿ ਕੇ ਸਹਿ ਜਾਂਦੀ ਸੀ, ਪਰ ਉਸ ਦਿਨ ਉਸਨੇ ਜਵਾਬ ਦੇ ਹੀ ਦਿੱਤਾ। ਬੋਲੀ, ਭਾਬੀ, ਉਹ ਉਹਨਾਂ ਨਾਲੋਂ ਚੰਗੀਆਂ ਨੇ ਜੋ ਪਿਓ ਦੇ ਹਜ਼ਾਰਾਂ ਰੁਪਏ ਲਵਾ ਕੇ ਕਿਸੇ ਸ਼ਰਾਬੀ ਜੁਆਰੀ ਜਾਂ ਭੈੜੇ ਆਦਮੀ ਦੇ ਗਲ ਟੰਗੀਆਂ ਜਾਂਦੀਆਂ ਨੇ ਅਤੇ ਫਿਰ ਜ਼ਿੰਦਗੀ ਭਰ ਰੋਂਦੀਆਂ ਰਹਿੰਦੀਆਂ ਨੇ, ਘੁੱਟਦੀਆਂ ਰਹਿੰਦੀਆਂ ਨੇ। ਭਾਬੀ ਔਖੀ ਹੋ ਕੇ ਬੜਬੜਾਉਂਦੀ ਚਲੇ ਗਈ। ਜਦੋਂ ਚਲੇ ਗਈ ਤਾਂ ਭਾਬੀ ਨੇ ਬੜਾ ਕਲੇਸ਼ ਕੀਤਾ। ਆਖਣ ਲੱਗੀ, ਹੁਣ ਸਾਡੀ ਇਸ ਘਰ ਵਿੱਚ ਇਹ ਹਾਲਤ ਹੋ ਗਈ ਹੈ, 2 ਕੌੜੀ ਦੀ ਕੁੜੀ ਕਹਿ ਗਈ ਕਿ ਤੂੰ ਸ਼ਰਾਬੀ ਜੁਆਰੀ ਨੂੰ ਵਿਆਹੀ ਹੈ। ਚੱਲ ਮੈਨੂੰ ਕੁਝ ਕਹਿ ਦਿੰਦੀ, ਕੋਈ ਚੱਕਰ ਨਹੀਂ, ਉਹਨਾਂ ਨੂੰ ਸ਼ਰਾਬੀ ਜੁਆਰੀ ਕਹਿ ਗਈ। ਉਹ ਇੰਜ ਵੀਰੇ ਨੂੰ ਅਕਸਰ ਲੁੱਤੀਆਂ ਲਾਉਣ ਦੀ ਕੋਸ਼ਿਸ਼ਾਂ ਵਿੱਚ ਰਹਿੰਦੀ। ਆਪਣੀ ਨਫ਼ਰਤ ਵਿੱਚ ਉਹਨਾਂ ਨੂੰ ਵੀ ਸਾਂਝੀਦਾਰ ਬਣਾਉਣਾ ਚਾਹੁੰਦੀ ਸੀ, ਪਰ ਵੀਰਾ ਬਹੁਤ ਸ਼ਾਂਤ ਸੁਭਾਅ ਸੀ। ਭਾਬੀ ਕਲੇਸ਼ ਪਾ ਘਰ ਵਿੱਚ ਸ਼ੀਲਾ ਖਿਲਾਫ ਮਾਹੌਲ ਬਣਾਉਣਾ ਚਾਹੁੰਦੀ ਸੀ। ਉਸ ਦੀ ਇਹ ਚਾਲ ਦੇਖ ਕੇ ਬਿਮਲਾ ਨੇ ਕਿਹਾ, ਭਾਬੀ, ਉਹਨੇ ਤਾਂ ਵੀਰੇ ਨੂੰ ਕੁਝ ਨਹੀਂ ਕਿਹਾ, ਤੂੰ ਹੀ ਕਹਿ ਰਹੀ ਏ। ਉਹ ਜੇ ਵੀਰੇ ਨੂੰ ਕੁਝ ਕਹਿੰਦੀ ਤਾਂ ਤੇਰੇ ਤੋਂ ਪਹਿਲਾਂ ਮੈਂ ਹੀ ਉਸ ਨਾਲ ਲੜ ਪੈਂਦੀ, ਮੈਂ ਉਹਨੂੰ ਘਰੋਂ ਬਾਹਰ ਕੱਢ ਦਿੰਦੀ। ਵੀਰੇ ਦੀ ਇੱਜ਼ਤ ਦੀ ਰਾਖੀ ਦਾ ਸਾਰਾ ਭਾਰ ਤੂੰ ਆਪਣੇ ਸਿਰ ਲੈਂਦੀ ਏ। ਭਾਬੀ ਡਗਮਗਾ ਗਈ। ਬੋਲੀ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਸਾਡੇ ਨਾਲ ਉਹਦੀ ਗੱਲ ਨਾ ਕਰੋ, ਅਸੀਂ ਇਹੋ ਜਿਹੀਆਂ ਨੀਚ ਕੁੜੀਆਂ ਨਾਲ ਗੱਲ ਨਹੀਂ ਕਰਦੇ। ਬਿਮਲਾ ਨੂੰ ਗੁੱਸਾ ਆ ਗਿਆ। ਉਹਨੇ ਬੜੀ ਤਿੱਖੀ ਗੱਲ ਕਹਿ ਮਾਰੀ, ਭਾਬੀ, ਉਹ ਤੇਥੋਂ ਜਾਂ ਮੇਥੋਂ ਘੱਟ ਚੰਗੀ ਨਹੀਂ। ਉਸ ਦਿਨ ਵੀਰੇ ਦੇ ਘਰ ਪਰਤਣ ਤੇ ਭਾਬੀ ਨੇ ਬੜਾ ਬਤੰਗੜ ਖੜਾ ਕੀਤਾ। ਵੀਰਾ ਵੈਸੇ ਸ਼ਾਂਤ ਸੁਭਾਅ ਦਾ ਸੀ। ਉਹ ਘਰ ਦੇ ਮਾਮਲਿਆਂ ਵਿੱਚ ਘੱਟ ਹੀ ਦਖਲ-ਅੰਦਾਜ਼ੀ ਕਰਦਾ ਸੀ। ਘਰ ਦਾ ਸਾਰਾ ਕੰਮ ਭਾਬੀ ਅਤੇ ਮਾਂ ਤੇ ਛੱਡ ਰੱਖਿਆ ਸੀ, ਪਰ ਮੇਰਾ ਵਿਆਹ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਸਨ। ਸ਼ੀਲਾ ਦੇ ਮਾਮਲੇ ਵਿੱਚ ਜਦ ਭਾਬੀ ਅਤੇ ਮਾਂ ਨੂੰ ਵਿਰੋਧ ਵਿੱਚ ਦੇਖਿਆ ਤਾਂ ਉਹ ਕਿਸੇ ਤਰ੍ਹਾਂ ਆਪਣੇ ਆਪ ਨੂੰ ਇਸ ਲਈ ਤਿਆਰ ਨਹੀਂ ਕਰ ਸਕਿਆ। ਉਹ ਨਹੀਂ ਚਾਹੁੰਦਾ ਸੀ ਕਿ ਘਰ ਵਿੱਚ ਕਿਸੇ ਤਰ੍ਹਾਂ ਦਾ ਫਰਕ ਪਵੇ। ਮਾਂ ਬਿਮਲਾ ਦਾ ਬਹੁਤ ਕਰਦੀ ਸੀ। ਬਿਮਲਾ ਨੇ ਉਹਨਾਂ ਨੂੰ ਸ਼ੀਲਾ ਦੇ ਅਸਲੀ ਰੂਪ ਬਾਰੇ ਜਾਣੂ ਕਰਵਾਇਆ ਤਾਂ ਉਹ ਉਸ ਲਈ ਬਹੁਤ ਦੁਖੀ ਹੋਈ, ਪਰ ਉਸ ਨੂੰ ਵਹੁਟੀ ਬਣਾ ਕੇ ਘਰ ਨਹੀਂ ਲਿਆਉਣਾ ਚਾਹੁੰਦੀ ਸੀ। ਲੋਕ ਕੀ ਕਹਿਣਗੇ, ਉਸ ਦਾ ਇੱਕੋ ਇੱਕ ਇਤਰਾਜ਼ ਸੀ। ਬਲਕਿ ਵੀਰੇ ਨਾਲ ਮੇਰੀ ਇਸ ਬਾਰੇ ਗੱਲ ਨਹੀਂ ਹੋਈ ਸੀ, ਪਰ ਉਹਨਾਂ ਦੇ ਰੁਖ ਤੋਂ ਮੈਂ ਸਮਝ ਗਿਆ ਸੀ ਉਹ ਵੀ ਖੁਸ਼ ਨਹੀਂ ਹਨ। ਸਿਰਫ ਬਿਮਲਾ ਮੇਰੇ ਨਾਲ ਸੀ। ਪਰਿਵਾਰ ਦਾ ਵਿਰੋਧੀ ਰੁਖ ਮੈਂ ਚੁਣੌਤੀ ਦੇ ਰੂਪ ਵਿੱਚ ਸਵੀਕਾਰਿਆ। ਮੈਂ ਪਰਿਵਾਰ ਦਾ ਵਿਰੋਧ ਕਰਨ ਨੂੰ ਤਿਆਰ ਸੀ। ਸ਼ੀਲਾ ਮੇਰੇ ਪ੍ਰਤੀ ਮੇਰੀ ਖਿੱਚ ਇਸ ਲਈ ਇੰਨਾ ਵੱਡਾ ਕਾਰਨ ਨਹੀਂ ਸੀ ਜਿੰਨਾ ਮੇਰਾ ਬਾਗੀ ਸੁਭਾਅ। ਇਸ ਮਾਮਲੇ ਵਿੱਚ ਪਰਿਵਾਰ ਸਾਹਮਣੇ ਸਮਰਪਣ ਕਰਨਾ ਮੈਂ ਰਿਵਾਜ਼ਾਂ ਅੱਗੇ ਮਨੁੱਖੀ ਗਤੀ ਦੀ ਹਾਰ ਮੰਨਦਾ ਸੀ। ਮੈਨੂੰ ਉਹ ਦਿਨ ਹਾਲੇ ਵੀ ਸਪਸ਼ਟ ਯਾਦ ਹੈ ਜਦ ਆਖਰੀ ਵਾਰ ਸ਼ੀਲਾ ਮੇਰੇ ਕੋਲ ਆਈ ਸੀ। ਇਹਨਾਂ ਦਿਨਾਂ ਵਿੱਚ ਉਹ ਕੁਝ ਵਧੇਰੇ ਗੰਭੀਰ ਹੋ ਗਈ ਸੀ, ਹਮੇਸ਼ਾ ਕੁਝ ਸੋਚਣ ਵਿੱਚ ਰੁੱਝੀ ਜਿਹੀ ਲੱਗਦੀ ਸੀ। ਉਸ ਦਿਨ ਸ਼ਾਮ ਨੂੰ ਉਹ ਮੇਰੇ ਕਮਰੇ ਵਿੱਚ ਆ ਕੇ ਬੈਠ ਗਈ। ਭਾਬੀ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਜਾਂ ਖੌਰੇ ਪਤਾ ਨਾ ਹੋਣ ਦਾ ਨਾਟਕ ਕਰ ਰਹੀ ਸੀ। ਨਾਲ ਦੇ ਕਮਰੇ ਵਿੱਚ ਬਿਮਲਾ ਨਾਲ ਸ਼ੀਲਾ ਬਾਰੇ ਕਿਸੇ ਗੱਲ ਨੂੰ ਲੈ ਕੇ ਗਰਮ ਬਹਿਸ ਛਿੜ ਗਈ ਸੀ। ਬਿਮਲਾ ਦੀ ਕੋਈ ਤਿੱਖੀ ਗੱਲ ਤੋਂ ਚਿੜ ਕੇ ਉਹ ਝੱਟ ਦੇਰੇ ਉੱਥੋਂ ਉੱਠੀ ਤੇ ਮੇਰੇ ਦਰਵਾਜ਼ੇ ਤੱਕ ਆਉਂਦਿਆਂ ਭੜਕ ਉੱਠੀ। ਹੁਣ ਇਹਦਾ ਫੈਸਲਾ ਹੋ ਜਾਣਾ ਚਾਹੀਦਾ ਹੈ। ਉਹ ਰੰਨ ਸਾਡੇ ਘਰੇ ਆ ਕੇ ਬੈਠੇ ਤੇ ਸਾਨੂੰ ਗਾਲਾਂ ਕੱਢੇ। ਹੁਣ ਜੇ ਉਹ ਇੱਥੇ ਆਈ, ਬੂਹੇ 'ਚੋਂ ਆਉਂਦਿਆਂ ਹੀ ਉਸਨੂੰ ਸ਼ੀਲਾ ਦਿਖੀ ਅਤੇ ਉਹ ਇੱਕਦਮ ਉਹ ਕਹਿ ਕੇ ਡਰ ਕੇ ਉੱਥੋਂ ਮੁੜੀ। ਉਹ ਨਫ਼ਰਤ ਵੀ ਨਿਡਰ ਹੋ ਕੇ ਨਹੀਂ ਸੀ ਕਰ ਸਕਦੀ। ਮੈਂ ਉਹਨਾਂ ਨੂੰ ਰੋਕਿਆ, ਭਾਬੀ ਰੁਕ, ਇਉਂ ਨਹੀਂ ਜਾ ਸਕਦੀ। ਜੋ ਤੂੰ ਉਸਦੀ ਪਿੱਠ ਪਿੱਛੇ ਕਹਿਣ ਆਈ ਸੀ ਉਹ ਸਾਹਮਣੇ ਕਹਿ। ਉਹ ਘਬਰਾਈ ਤੇ ਫਿਰ ਹਲੀਮੀ ਨਾਲ ਬੋਲੀ, ਹਾਂ, ਮੈਂ ਕਿਹੜਾ ਡਰਦੀ ਹਾਂ, ਸਾਨੂੰ ਇਹ ਬਿਲਕੁਲ ਪਸੰਦ ਨਹੀਂ। ਕੀ ਪਸੰਦ ਨਹੀਂ, ਮੈਂ ਪੁੱਛਿਆ। ਕਿਉਂ ਮੇਰਾ ਮੂੰਹ ਖੁਲਾਉਣਾ? ਦੁਨੀਆ ਕਹਿੰਦੀ ਏ ਸਾਡੇ ਘਰੇ ਇਹ ਨਹੀਂ ਚੱਲਣਾ, ਉਹ ਬੋਲੀ। ਮੈਂ ਕਿਹਾ, ਤਾਂ ਹੋਰ ਕਿਸ ਦੇ ਘਰ ਚੱਲ ਸਕਦਾ ਹੈ?
ਹੋਰ ਕਿਹਦੇ ਘਰ ਉਹ ਆ ਜਾ ਸਕਦੀ ਹੈ? ਉਹ ਬਿਮਲਾ ਦੀ ਸਹੇਲੀ ਹੈ। ਤੁਹਾਡੇ ਸ਼ਰੀਫਾਂ ਦੇ ਉਹ ਆਵੇ ਨਾ ਤਾਂ ਗੁੰਡਿਆਂ 'ਚ ਜਾ ਕੇ ਬੈਠੇ। ਭਾਬੀ ਟੁਣਕ ਕੇ ਬੋਲੀ, ਤੂੰ ਦੇਖ ਜਿੱਥੇ ਮਰਜ਼ੀ ਲੈ ਕੇ ਜਾ, ਸਾਡੇ ਘਰ ਨਹੀਂ ਵੜਨੀ ਚਾਹੀਦੀ। ਹੋਰ ਕੋਈ ਮੌਕਾ ਹੁੰਦਾ ਤਾਂ ਮੈਂ ਸਹਿ ਜਾਂਦਾ, ਪਰ ਉੱਥੇ ਸ਼ੀਲਾ ਬੈਠੀ ਸੀ ਅਤੇ ਉਹਦੇ ਸਾਹਮਣੇ ਭਾਬੀ ਉਹਦਾ ਅਪਮਾਨ ਕਰ ਰਹੀ ਸੀ, ਉਹਨੂੰ ਨੀਚਾ ਦਿਖਾ ਰਹੀ ਸੀ। ਮੈਂ ਜੇ ਇਸ ਪਲ ਚੁੱਪ ਰਹਿ ਜਾਂਦਾ ਤਾਂ ਸ਼ੀਲਾ ਕੀ ਸੋਚਦੀ? ਉਹਨੇ ਮੇਰੀ ਸਮਰੱਥਾ ਤੇ ਭਰੋਸਾ ਕੀਤਾ ਸੀ ਕਿ ਮੈਂ ਉਸਨੂੰ ਤੱਤੀਆਂ ਵਾਵਾਂ ਤੋਂ ਬਚਾਵਾਂਗਾ, ਉਹਦੀ ਇੱਜ਼ਤ ਬਚਾਵਾਂਗਾ। ਮੇਰੇ ਨਾਲ ਉਹ ਮਾਣ ਨਾਲ ਜਿਉ ਸਕੇਗੀ, ਪਰ ਮੇਰੇ ਸਾਹਮਣੇ ਮੇਰੇ ਪਰਿਵਾਰ ਵੱਲੋਂ ਬੇਇੱਜ਼ਤ ਹੁੰਦਿਆਂ ਦੇਖ ਉਹ ਕਿਸ ਭਰੋਸੇ ਅੱਗੇ ਵਧੇਗੀ? ਜੇ ਮੈਂ ਉਹਦੀ ਰਾਖੀ ਕਰਨ ਦੇ ਕਾਬਿਲ ਨਹੀਂ ਤਾਂ ਮੈਂ ਕਿਉਂ ਉਹਨੂੰ ਝੂਠਾ ਦਿਲਾਸਾ ਦੇ ਵਹਿਮ ਵਿੱਚ ਰੱਖਾਂ? ਉਹਦੇ ਵੱਲ ਹੁੰਦੇ ਹਮਲਿਆਂ ਤੋਂ ਉਹਦੀ ਰੱਖਿਆ ਕਰਨੀ ਚਾਹੀਦੀ ਹੈ। ਅਜਿਹਾ ਨਹੀਂ ਕਰਨ ਦਾ ਮਤਲਬ ਹੋਵੇਗਾ ਕਿ ਮੈਂ ਪਰਿਵਾਰ ਦੀਆਂ ਧਾਰਨਾਵਾਂ ਵਿੱਚ ਸ਼ਾਮਲ ਹਾਂ। ਬਸ ਮੇਰੇ ਵਿੱਚ ਵਧੇਰੇ ਹਮਦਰਦੀ ਅਤੇ ਦਰਿਆਦਿਲੀ ਹੈ। ਇਹੋ ਸਭ ਮੇਰੇ ਦਿਲ ਵਿੱਚ ਆਇਆ। ਮੈਂ ਥੋੜਾ ਗੁੱਸੇ ਵਿੱਚ ਕਿਹਾ, ਉਹ ਹੱਕ ਨਾਲ ਇਸ ਘਰ ਵਿੱਚ ਆਵੇਗੀ। ਫਿਰ ਮੈਂ ਦੇਖਦਾ ਉਹਨੂੰ ਕੌਣ ਰੋਕਦਾ ਹੈ। ਘਰ ਤੁਹਾਡਾ ਹੀ ਇਕੱਲਿਆਂ ਦਾ ਨਹੀਂ, ਘਰ ਤੁਹਾਡਾ ਹੀ ਇਕੱਲਿਆਂ ਦਾ ਹੈ, ਮੇਰਾ ਨਹੀਂ। ਇਹ ਸੁਣ ਕੇ ਭਾਬੀ ਜਰਾ ਸੁੰਨ ਖੜੀ ਰਹੀ, ਫਿਰ ਬੋਲੀ, ਦੁਰ ਫਿਟੇ ਮੂੰਹ, ਗੱਲ ਇੱਥੇ ਤੱਕ ਪਹੁੰਚ ਗਈ। ਇਹ ਘਰ ਵੰਡਿਆ ਗਿਆ, ਭਰਾ ਨਾਲੋਂ ਭਰਾ ਟੁੱਟ ਜਾਣਾ ਹੈ। ਹਾਏ ਰੱਬਾ। ਭਾਬੀ ਇਸੇ ਗੱਲ ਦਾ ਪ੍ਰਚਾਰ ਕਰਦੀ ਮਾਂ ਕੋਲ ਪਹੁੰਚੀ ਕਿ ਮੇਰਾ ਇਰਾਦਾ ਜਾਇਦਾਦ ਵੰਡਣ ਦਾ ਹੈ। ਆਪਣੇ ਵੱਲੋਂ ਇਹ ਵੀ ਆਖ ਦਿੱਤਾ ਕਿ ਮੈਂ ਜਲਦ ਹੀ ਇਸ ਸੰਬੰਧੀ ਅਦਾਲਤੀ ਕਾਰਵਾਈ ਕਰਨ ਵਾਲਾ ਹਾਂ। ਵੈਸੇ ਜਾਇਦਾਦ ਕੁਝ ਵੀ ਨਹੀਂ ਸੀ, ਇੱਕ ਮਾਮੂਲੀ ਘਰ ਸੀ, ਪਰ ਮਾਂ ਤਾਂ ਇਸ ਗੱਲ ਨਾਲ ਵਿਆਕੁਲ ਹੋ ਗਈ ਕਿ ਉਹਦੇ ਪੁੱਤਾਂ ਵਿੱਚ ਮੁਕੱਦਮੇਬਾਜ਼ੀ ਚੱਲੇਗੀ। ਭਾਬੀ ਇਸੇ ਤਰ੍ਹਾਂ ਅਰਥਾਂ ਦੇ ਅਨਰਥ ਕਰ ਘਰ ਵਿੱਚ ਕਲੇਸ਼ ਪਾ ਦਿਆ ਕਰਦੀ ਸੀ। ਸ਼ੀਲਾ ਨੀਵੀਂ ਪਾਈ ਚੁੱਪਚਾਪ ਬੈਠੀ ਰਹੀ। ਪੂਰਾ ਕਾਂਡ ਬੜਾ ਬੁਰਾ ਸੀ। ਮੈਂ ਖੁਦ ਬੜਾ ਦੁਖੀ ਸੀ। ਬੜੀ ਦੇਰ ਤੱਕ ਸ਼ਾਂਤ ਬੈਠਾ ਰਿਹਾ, ਫਿਰ ਹੌਲੀ ਹੌਲੀ ਬੋਲਿਆ, ਸ਼ੀਲਾ, ਇਹ ਜੋ ਕੁਝ ਹੋ ਰਿਹਾ ਹੈ ਉਹਦਾ ਮੈਨੂੰ ਪਹਿਲਾਂ ਹੀ ਡਰ ਸੀ। ਇਹ ਤਾਂ ਹੋਣਾ ਹੀ ਸੀ। ਮੈਂ ਪਹਿਲਾਂ ਹੀ ਇਸ ਦਾ ਇੰਤਜ਼ਾਮ ਕਰ ਲਿਆ ਹੈ। ਮਹਿੰਦਰ ਨਾਥ ਉਸ ਕਾਲਜ ਦੀ ਨੌਕਰੀ ਛੱਡ ਕੇ ਚਲਾ ਗਿਆ ਹੈ। ਮੈਨੂੰ ਉੱਥੇ 2-4 ਦਿਨਾਂ ਵਿੱਚ ਕੰਮ ਮਿਲ ਜਾਵੇਗਾ। ਫਿਰ ਮੈਂ ਵੱਖ ਰਹਾਂਗਾ ਤੇ ਆਪਾਂ ਜਲਦ ਹੀ ਵਿਆਹ ਕਰ ਲਵਾਂਗੇ। ਸਾਨੂੰ ਘਬਰਾਉਣ ਜਾਂ ਡਰਨ ਦੀ ਕੋਈ ਲੋੜ ਨਹੀਂ। ਆਪਾਂ ਜੋ ਕਰ ਰਹੇ ਹਾਂ ਉਹ ਠੀਕ ਹੈ। ਇਸੇ ਲਈ ਜੇ ਇਸ ਰਾਹ ਤੇ ਸੰਘਰਸ਼ ਕਰਨਾ ਪਿਆ ਤਾਂ ਆਪਾਂ ਦੋਵੇਂ ਮਿਲ ਕੇ ਕਰਾਂਗੇ। ਤੂੰ ਤਿਆਰ ਹੈ ਨਾ? ਉਸਨੇ ਨੀਵੀਂ ਪਾਈ ਹੀ ਕਿਹਾ। ਮੈਂ ਕੀ ਤਿਆਰ ਹੋਵਾਂ? ਤਿਆਰੀ ਤਾਂ ਤੁਹਾਡੀ ਚਾਹੀਦੀ ਏ। ਉਹ ਉਵੇਂ ਹੀ ਬਿਨਾਂ ਕੁਝ ਬੋਲਿਆ ਨੀਵੀਂ ਪਾਈ ਬੈਠੀ ਰਹੀ। ਮੈਂ ਕਿਹਾ, ਦੇਖ ਸ਼ੀਲਾ, ਮੇਰੀ ਹਾਲਤ ਤਾਂ ਤੂੰ ਸਮਝਦੀ ਏ ਨਾ। ਇਹ ਜੋ ਕਾਂਡ ਹੋਇਆ ਹੈ ਉਹ ਬੜਾ ਹੋਸ਼ਾਪਨ ਹੈ। ਇਹ ਮੈਂ ਖੁਦ ਸੋਚ ਕੇ ਬੜਾ ਸ਼ਰਮਿੰਦਾ ਹਾਂ। ਪਰਿਵਾਰ ਮੇਰਾ ਹੈ, ਇਹਦੇ ਭਲੇ ਬੁਰੇ ਦੀ ਜ਼ਿੰਮੇਵਾਰੀ ਵੀ ਮੇਰੇ ਉੱਤੇ ਹੈ। ਇਸ ਲਈ ਤੂੰ ਮੇਰੀ ਗਲਤੀ ਸਮਝ ਮਾਫ ਕਰ ਦੇਵੇਂ। ਹੁਣ ਉਸਨੇ ਮੇਰੇ ਵੱਲ ਦੇਖਿਆ। ਉਹਦੀਆਂ ਅੱਖਾਂ ਵਿੱਚ ਮੈਂ ਅਜੀਬ ਭਾਵ ਦੇਖਿਆ, ਇੱਕ ਅਨੋਖੀ ਬੇਫਿਕਰੀ। ਅਜਿਹਾ ਲੱਗਦਾ ਸੀ ਜਿਵੇਂ ਉਹ ਆਪਣੇ ਸਮੁੱਚੇ ਆਲੇ ਦੁਆਲੇ ਤੋਂ ਪਰਾਂ ਚੱਲ ਗਈ ਹੈ ਅਤੇ ਕਿਤੇ ਦੂਰੋਂ ਸਾਨੂੰ ਦੇਖ ਰਹੀ ਹੈ। ਉਹਨਾਂ ਅੱਖਾਂ ਵਿੱਚ ਨਾ ਖੁਸ਼ੀ ਸੀ, ਨਾ ਉਦਾਸੀ, ਨਾ ਪਿਆਰ, ਨਾ ਨਫ਼ਰਤ, ਖਾਲੀ ਸਨ। ਉਸਨੇ ਕਿਹਾ, ਮੈਨੂੰ ਇਸ ਗੱਲ ਦਾ ਬੁਰਾ ਨਹੀਂ ਲੱਗਿਆ। ਇਸ ਵਿੱਚ ਨਾ ਤੁਹਾਡੀ ਗਲਤੀ ਹੈ ਨਾ ਉਹਨਾਂ ਦੀ। ਉਹ ਵੀ ਆਪਣੇ ਵਿਸ਼ਵਾਸ ਪ੍ਰਤੀ ਸੱਚੇ ਨੇ ਤੇ ਤੁਸੀਂ ਵੀ। ਜਿਸ ਪਰੰਪਰਾ ਨਾਲ ਉਹ ਬੱਝੇ ਨੇ ਉਸੇ ਦੇ ਅਨੁਸਾਰ ਉਹਨਾਂ ਦੀ ਚਾਲ ਹੋਵੇਗੀ। ਕੀ ਪਤਾ ਉਹ ਗਲਤ ਕਰ ਰਹੇ ਹਨ ਜਾਂ ਆਪਾਂ। ਤੁਸੀਂ ਬਿਲਕੁਲ ਫਿਕਰਮੰਦ ਨਾ ਹੋਵੋ, ਤੁਹਾਡਾ ਇਸ ਵਿੱਚ ਕੋਈ ਕਸੂਰ ਨਹੀਂ। ਉਸ ਦੇ ਜਵਾਬ ਤੋਂ ਮੈਂ ਫਿਕਰਮੰਦ ਹੋਇਆ। ਉਹ ਗੱਲ ਨੂੰ ਇੱਕਦਮ ਦੂਜੇ ਸਿਰੇ ਤੇ ਲੈ ਗਈ ਸੀ। ਉਹ ਸਾਰੇ ਕਾਂਡ ਨੂੰ ਦੂਰੋਂ ਦੇਖ ਰਹੀ ਸੀ, ਜਿਵੇਂ ਉਹਨੂੰ ਕੋਈ ਮਤਲਬ ਨਹੀਂ। ਉਹਦਾ ਇਸ ਤਰ੍ਹਾਂ ਹਲੀਮੀ ਨਾਲ ਬੋਲਣਾ, ਪਰਾਂ ਹਟ ਜਾਣਾ ਮੈਨੂੰ ਚੰਗਾ ਨਹੀਂ ਲੱਗਿਆ। ਜੇ ਉਹ ਬੇਤਾਬ ਹੁੰਦੀ, ਬੁਰਾ ਮੰਨਦੀ, ਰੋਂਦੀ ਤਾਂ ਮੈਨੂੰ ਸੰਤੁਸ਼ਟੀ ਮਿਲਦੀ। ਮੈਂ ਤਦ ਉਸਨੂੰ ਸਮਝਾ ਸਕਦਾ ਸੀ, ਮਨਾ ਸਕਦਾ ਸੀ, ਪਰ ਉਸਦੀ ਇਸ ਮਨੋਸਥਿਤੀ ਵਿੱਚ ਮੈਂ ਕੀ ਕਰਾਂ ਇਹ ਨਹੀਂ ਸੋਚ ਸਕਿਆ। ਥੋੜੀ ਦੇਰ ਬਾਅਦ ਉਹ ਉੱਠੀ ਅਤੇ ਤੁਰ ਪਈ। ਮੈਂ ਪੁੱਛਿਆ, ਤੇਰੀ ਤਬੀਅਤ ਤਾਂ ਠੀਕ ਹੈ ਨਾ? ਹਾਂ, ਬਿਲਕੁਲ ਠੀਕ ਹੈ। ਤਾਂ ਮੈਂ ਜਲਦ ਹੀ ਕੋਈ ਪ੍ਰਬੰਧ ਕਰਦਾ ਹਾਂ। ਹਾਂ, ਜਿਵੇਂ ਤੁਸੀਂ ਠੀਕ ਸਮਝੋ। ਕੱਲ ਤਾਂ ਮੈਂ ਰੁੱਝਿਆ ਰਹਾਂਗਾ, ਪਰਸੋਂ ਮੈਂ ਹੀ ਆਵਾਂਗਾ। ਕਿਸ ਵੇਲੇ? ਇਹੋ 6 ਵਜੇ ਦੇ ਕਰੀਬ। ਘਰੇ ਹੀ ਹੋਵੇਂਗੀ ਨਾ? ਹਾਂ, ਮੈਂ ਉਡੀਕਾਂਗੀ। ਉਹ ਤੁਰ ਪਈ। ਉਸ ਰਾਤ ਵੀਰਾ ਮੁੜਿਆ ਤਾਂ ਉਸਨੇ ਗੱਲ ਕੀਤੀ। ਭਾਬੀ ਦੁਆਰਾ ਪ੍ਰਚਾਰੀ ਗੱਲ ਤੋਂ ਬੜੇ ਦੁਖੀ ਹੋਏ ਸਨ। ਜਦ ਉਹਨਾਂ ਨੇ ਇਸ਼ਾਰੇ ਨਾਲ ਮੇਰੇ ਸਾਹਮਣੇ ਪ੍ਰਗਟ ਕੀਤਾ ਤਾਂ ਮੈਂ ਕਿਹਾ, ਤੁਸੀਂ ਸੁਪਨੇ ਵਿੱਚ ਵੀ ਸੋਚ ਸਕਦੇ ਹੋ ਕਿ ਅਜਿਹੀ ਗੱਲ ਮੇਰੇ ਚਿੱਤ ਵਿੱਚ ਆਵੇਗੀ? ਭਾਬੀ ਨੇ ਬਾਤ ਦਾ ਬਤੰਗੜ ਬਣਾ ਦਿੱਤਾ। ਉਹ ਬੋਲੇ, ਪਰ ਜਿਸ ਕਾਰਨ ਇਹ ਸਭ ਗੱਲਾਂ ਉੱਠਦੀਆਂ ਨੇ ਉਸ ਬਾਰੇ ਵੀ ਤੈਨੂੰ ਜਰਾ ਸ਼ਾਂਤੀ ਨਾਲ ਸੋਚਣਾ ਚਾਹੀਦਾ ਹੈ। ਹਾਲਤਾਂ ਦੇ ਵਹਿਣ ਵਿੱਚ ਤੁਸੀਂ ਸਭ ਛੱਡਣ ਨੂੰ ਤਿਆਰ ਹੋ ਜਾਂਦੇ ਹੋ, ਪਰ ਸਾਡਾ ਵੀ ਤੁਹਾਡੇ ਤੇ ਹੱਕ ਹੈ। ਇਹ ਕਦੇ ਨਹੀਂ ਸੋਚਦੇ। ਅਸੀਂ ਵੀ ਤਾਂ ਤੁਹਾਡਾ ਨਫਾ ਹੀ ਸੋਚਦੇ ਹਾਂ। ਤੂੰ ਬਹੁਤ ਪੜ੍ਹਿਆ ਲਿਖਿਆ ਤੇ ਅਕਲਮੰਦ ਬੰਦਾ ਹੈ, ਤੈਨੂੰ ਕੀ ਕਿਹਾ ਜਾਵੇ? ਮੈਂ ਕਿਹਾ, ਮੈਂ ਬਹੁਤ ਸੋਚ ਸਮਝ ਕੇ ਉਸਨੂੰ ਵਚਨ ਦਿੱਤਾ ਹੈ। ਉਹਨੂੰ ਹੁਣ ਮੈਂ ਧੋਖਾ ਕਿਵੇਂ ਦੇਵਾਂ?
ਉਹ ਤਾਂ ਪਹਿਲਾਂ ਹੀ ਵਕਤ ਦੀ ਮਾਰੀ ਏ। ਵੀਰੇ ਨੇ ਕਿਹਾ, ਹੋਰ ਸੋਚ ਲੈ। ਵੈਸੇ ਤਾਂ ਜਿਵੇਂ ਤੂੰ ਚਾਹੇਗਾ ਉਵੇਂ ਹੀ ਹੋਵੇਗਾ, ਕਿਉਂਕਿ ਤੂੰ ਵੱਡਾ ਹੋ ਗਿਆ ਹੈ। ਫਿਰ ਵੀ 1-2 ਦਿਨ ਹੋਰ ਸੋਚ ਲੈ। ਮੈਂ 2-4 ਦਿਨਾਂ ਵਿੱਚ ਇਹ ਗੱਲ ਨਿਬੇੜ ਦੇਣੀ ਚਾਹੁੰਦਾ, ਤਾਂ ਜੋ ਰੋਜ਼ ਦੀ ਕਿਚ-ਕਿਚ ਮੁੱਕੇ। ਮੈਂ ਉਹਨਾਂ ਕੋਲ ਉੱਠ ਕੇ ਚਲਾ ਗਿਆ ਤੇ ਰਾਤ ਨੂੰ ਬੜੀ ਦੇਰ ਬੈਠਾ ਸੋਚਦਾ ਰਿਹਾ। ਦੂਜੇ ਦਿਨ ਮੇਰੀ ਮੁਲਾਕਾਤ ਸ਼ੀਲਾ ਨਾਲ ਹੋਈ ਨਹੀਂ। ਤੀਜੇ ਦਿਨ ਸ਼ਾਮ ਨੂੰ ਗਿਆ ਤਾਂ ਦੇਖਿਆ ਤਾਲਾ ਬੰਦ ਸੀ। ਬਿਨਾਂ ਰੌਲਾ ਪਾਇਆ ਜਿੰਨਾ ਲੱਭ ਸਕਦਾ ਸੀ ਲੱਭਿਆ, ਪਰ ਕਿਤੇ ਪਤਾ ਨਹੀਂ ਲੱਗਿਆ। ਚੌਥੇ ਦਿਨ ਜਦ ਤਰ੍ਹਾਂ ਦੀਆਂ ਗੱਲਾਂ ਨਾਲ ਮੇਰਾ ਮਨ ਬੇਚੈਨ ਸੀ ਤਾਂ ਮੈਨੂੰ ਉਸਦਾ ਇਹ ਖਤ ਮਿਲਿਆ। ਮੈਂ ਇੱਕਦਮ ਚੱਲ ਆਈ, ਬਿਨਾਂ ਕਹੇ ਚਲੀ ਆਈ, ਕਿਉਂਕਿ ਕਹਿ ਕੇ ਕੌਣ ਜਾ ਸਕਦਾ ਹੈ। ਗੌਤਮ ਬੁੱਧ ਵਰਗੇ ਗੁਣੀ ਗਿਆਨੀ ਜਦ ਕਹਿ ਕੇ ਨਹੀਂ ਜਾ ਸਕੇ ਤਾਂ ਮੇਰੀ ਕੀ ਔਕਾਤ। ਮੈਂ ਤੁਹਾਡੇ ਤੋਂ ਭੱਜ ਕੇ ਨਹੀਂ ਆਈ, ਆਪਣੇ ਤੋਂ ਭੱਜ ਕੇ ਆਈ ਹਾਂ। ਤੁਹਾਨੂੰ ਬੜੀ ਪਰੇਸ਼ਾਨੀ ਹੋਵੇਗੀ। ਪਰਸੋਂ ਰਾਤ ਅਸੀਂ ਜ਼ਿੰਦਗੀ ਦੀ ਇੱਕ ਦਿਸ਼ਾ ਤੈਅ ਕਰ ਲਈ ਸੀ। ਤਦ ਇਹ ਤੈਅ ਹੋ ਗਿਆ ਸੀ ਕਿ ਅਸੀਂ ਇਕੱਠੇ ਜ਼ਿੰਦਗੀ ਵਿੱਚ ਤੁਰਾਂਗੇ, ਅਤੇ ਮੈਂ ਇੱਕਦਮ ਸਾਥ ਛੱਡ ਕੇ ਭੱਜ ਗਈ। ਇਹ ਅਨੋਖੀ ਗੱਲ ਤਾਂ ਹੈ ਹੀ। ਅਤੇ ਮੇਰੇ ਪਿੱਛੋਂ ਤਰ੍ਹਾਂ ਦੀਆਂ ਤੌਹਮਤਬਾਜ਼ੀਆਂ ਲੱਗ ਰਹੀਆਂ ਹੋਣਗੀਆਂ। ਪਹਿਲਾਂ ਤਾਂ ਲੋਕਾਂ ਨੇ ਤੁਹਾਨੂੰ ਲੱਭਿਆ ਹੋਵੇਗਾ, ਤੁਸੀਂ ਮਿਲ ਗਏ ਹੋਵੋਗੇ ਤਾਂ ਉਹ ਬੜੇ ਉਦਾਸ ਹੋਏ ਹੋਣਗੇ। ਨਾ ਮਿਲਦੇ ਤਾਂ ਸਹਿਜ ਹੀ ਮੇਰੇ ਭੱਜਣ ਨੂੰ ਖੂਬ ਰੰਗੀਨ ਬਣਾ ਸਕਦੇ। ਕੁਝ ਸੋਚਦੇ ਹੋਣਗੇ ਮੈਂ ਆਤਮ ਹੱਤਿਆ ਕਰ ਲਈ। ਇਸ ਵਿੱਚ ਮਹਿੰਦਰ ਨਾਥ ਮੁੱਖ ਹੋਣਗੇ, ਕਿਉਂਕਿ ਮਰਦ ਨੂੰ ਇਹ ਸੋਚ ਕੇ ਬੜਾ ਮਾਣ ਹੁੰਦਾ ਹੈ ਕਿ ਔਰਤ ਨੇ ਉਸਦੇ ਪਿਆਰ ਵਿੱਚ ਆਤਮ ਹੱਤਿਆ ਕੀਤੀ ਹੈ। ਵਧੇਰੇ ਉਲਝਣ ਵਿੱਚ ਤੁਸੀਂ ਹੋਵੋਗੇ, ਇਸ ਲਈ ਤੁਹਾਨੂੰ ਮਨ ਦਾ ਸੱਚ ਲਿਖ ਰਹੀ ਹਾਂ। ਤੁਸੀਂ ਉਸਦੇ ਹੱਕਦਾਰ ਵੀ ਹੋ। ਉਸ ਰਾਤ ਜਦ ਮੈਂ ਤੁਹਾਡੇ ਕੋਲੋਂ ਉੱਠ ਕੇ ਆਈ ਤਾਂ ਬਿਸਤਰੇ ਤੇ ਪਈ ਖਬਰੇ ਕਦ ਤੱਕ ਸੋਚਦੀ ਰਹੀ ਕਿ ਕੀ ਇਹ ਜਾਇਜ਼ ਹੈ ਕਿ ਸਿਰਫ ਤੁਹਾਡੀ ਘਰਵਾਲੀ ਬਣ ਜਾਣ ਨਾਲ ਤੁਹਾਡੀ ਤੇ ਮੇਰੀ ਜ਼ਿੰਦਗੀ ਸੁਧਰ ਜਾਵੇਗੀ। ਕੀ ਅਸੀਂ ਜ਼ਿੰਦਗੀ ਨੂੰ ਸਫਲ ਕਹਿ ਸਕਾਂਗੇ। ਤੁਹਾਡੇ ਮਨ ਵਿੱਚ ਮੇਰੇ ਪ੍ਰਤੀ ਬੜਾ ਤਰਸ ਹੈ। ਤੁਸੀਂ ਇਸ ਤਰਸ ਨਾਲ ਪਿਘਲ ਕੇ ਮੇਰੇ ਲਈ ਕੁਝ ਕਰਨ ਨੂੰ ਤਿਆਰ ਹੋ। ਮੇਰੇ ਲਈ ਇਸੇ ਲਈ ਲਿਖਿਆ ਹੈ। ਅਸਲ ਵਿੱਚ ਇਹ ਮੇਰੇ ਲਈ ਹੈ, ਤੁਹਾਡੇ ਲਈ ਨਹੀਂ। ਤੁਹਾਡੇ ਮਨ ਵਿੱਚ ਮੇਰੇ ਲਈ ਬੇਅੰਤ ਤਰਸ ਹੈ, ਪਿਆਰ ਸ਼ਾਇਦ ਬਹੁਤ ਘੱਟ। ਇਹ ਤਰਸ ਤਾਂ ਮੇਰੀ ਦੁਰਦਸ਼ਾ ਨਾਲ ਪੈਦਾ ਹੋਇਆ ਹੈ। ਕੱਲ ਜਦ ਮੇਰਾ ਵਿਆਹ ਹੋ ਜਾਵੇਗਾ ਤੇ ਮੇਰੀ ਹਾਲਤ ਇੰਨੀ ਤਰਸਯੋਗ ਨਹੀਂ ਰਹੇਗੀ ਤਾਂ ਤਰਸ ਤੋਂ ਵੀ ਵਾਂਝੀ ਹੋ ਜਾਵਾਂਗੀ। ਪਿਆਰ ਤੋਂ ਵੀ ਗਈ, ਤਰਸ ਤੋਂ ਵੀ ਗਈ। ਤਰਸ ਰਹੇਗਾ ਤਾਂ ਵੀ ਤਰਸ ਨਾਲ ਤਾਂ ਸਾਡਾ ਕੰਮ ਨਹੀਂ ਚੱਲ ਸਕਦਾ, ਤੇ ਪਿਆਰ ਤੁਸੀਂ ਕਰ ਨਹੀਂ ਸਕੇ, ਤੁਸੀਂ ਬੇਵਸ ਸੀ। ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ। ਮੈਂ ਅਜਿਹੀ ਹਾਲਤ ਵਿੱਚ ਹੀ ਤੁਹਾਨੂੰ ਮਿਲੀ ਸੀ ਕਿ ਤੁਸੀਂ ਪਿਆਰ ਨਹੀਂ ਕਰ ਸਕਦੇ ਸੀ। ਤੁਹਾਡੀ ਵਿਸ਼ਾਲ ਆਤਮਾ ਵਿੱਚ ਇੰਨੀ ਹਮਦਰਦੀ ਅਤੇ ਵਫਾਦਾਰੀ ਹੈ ਕਿ ਤੁਸੀਂ ਮੇਰੇ ਲਈ ਜਾਨ ਵਾਰ ਦੇਣਾ ਚਾਹੁੰਦੇ ਹੋ। ਤੁਸੀਂ ਮੈਨੂੰ ਤਦ ਸਹਾਰਾ ਦਿੱਤਾ ਜਦ ਸਭ ਮੈਨੂੰ ਠੁਕਰਾ ਰਹੇ ਸਨ। ਤੁਸੀਂ ਮੇਰੇ ਲਈ ਕਿੰਨੀਆਂ ਮੁਸੀਬਤਾਂ ਝੱਲੀਆਂ, ਕਲੰਕ ਸਹੇ, ਕਿੰਨਾ ਪਰਿਵਾਰਕ ਦੁੱਖ ਕੱਟਿਆ। ਭਵਿੱਖ ਨੂੰ ਹਨੇਰੇ ਵਿੱਚ ਪਾਇਆ ਤਾਂ ਵੀ ਮੈਂ ਅਜਿਹੀ ਨਿਕਲੀ। ਇਹ ਮੇਰਾ ਨਾ ਸ਼ੁਕਰਾਪਨ ਹੀ ਕਹਾਏਗਾ। ਫਿਰ ਸੋਚਿਆ ਕਿ ਮੈਂ ਤੁਹਾਡੇ ਤੋਂ ਆਪਣੇ ਲਈ ਇੰਨਾ ਵੱਡਾ ਤਿਆਗ ਕਰਵਾਵਾਂ, ਤੁਹਾਡਾ ਪਿਆਰ, ਤੁਹਾਡਾ ਪਰਿਵਾਰ ਛਡਾਵਾਂ, ਤੁਹਾਡੇ ਸੁਨਹਿਰੇ ਭਵਿੱਖ ਨੂੰ ਖਤਰੇ ਵਿੱਚ ਪਾਵਾਂ, ਤੁਹਾਡਾ ਮਾਣ ਸਨਮਾਨ ਖੋਹਾਂ, ਸਿਰਫ ਇਸ ਲਈ ਕਿ ਮੈਂ ਪਤੀ ਦੀ ਸ਼ਾਨ ਮਾਣ ਸਕਾਂ। ਨਹੀਂ, ਇਹ ਘੋਰ ਸਵਾਰਥ ਹੈ। ਸਿਰਫ ਜਿਉਣ ਲਈ ਐਡੀ ਵੱਡੀ ਕੀਮਤ ਨਹੀਂ। ਦੋਵੇਂ ਮਿਲ ਕੇ ਕਿਸੇ ਖੂੰਜੇ ਵਿੱਚ ਜਿਉਂ ਲਵਾਂਗੇ। ਇਹ ਅਸਫਲਤਾ ਦੇ ਮਜਬੂਰ ਸਬਰ ਦੀ ਭਾਵੁਕਤਾ ਭਰੀ ਬੋਲੀ ਹੈ। ਵਿਆਹ ਤੋਂ ਬਾਅਦ ਤੁਹਾਨੂੰ ਪਰਿਵਾਰ ਦੇ ਰੋਸ ਦਾ ਸ਼ਿਕਾਰ ਹੋਣਾ ਪੈਂਦਾ। ਮੈਨੂੰ ਤੁਹਾਡੇ ਪਰਿਵਾਰ ਦੀ ਨਫ਼ਰਤ ਸਹਿਣੀ ਪੈਂਦੀ। ਤੁਹਾਡੇ ਭਵਿੱਖ ਦੀਆਂ ਸਾਰੀਆਂ ਮਹਾਨ ਯੋਜਨਾਵਾਂ ਠੱਪ ਹੋ ਜਾਂਦੀਆਂ, ਕਿਉਂਕਿ ਤੁਹਾਡੀ ਸਾਰੀ ਤਾਕਤ ਤਾਂ ਇਸ ਵਿਰੋਧ ਨਾਲ ਲੜਨ ਵਿੱਚ ਲੱਗ ਜਾਂਦੀ। ਫਿਰ ਕੀ ਹੁੰਦਾ? ਅੱਜ ਤੁਹਾਡੇ ਮਨ ਵਿੱਚ ਜੋ ਸੰਘਰਸ਼ ਜੋਸ਼ ਹੈ, ਉਹ ਤਾਂ ਵਿਆਹ ਤੋਂ ਬਾਅਦ ਖਤਮ ਹੋ ਜਾਂਦਾ। ਵਿਰੋਧ ਦੇ ਬਾਵਜੂਦ ਮੈਨੂੰ ਅਪਣਾਉਣ ਵਿੱਚ ਅੱਜ ਜੋ ਮਾਣ ਮਹਿਸੂਸ ਹੋ ਰਿਹਾ ਹੈ, ਵਿਆਹ ਤੋਂ ਬਾਅਦ ਉਸ ਦੀ ਗੁੰਜਾਇਸ਼ ਹੀ ਨਹੀਂ ਰਹਿਣੀ ਸੀ। ਤਦ ਕੀ ਮਨ ਵਿੱਚ ਗਿਰਾਵਟ ਨਹੀਂ ਆਉਂਦੀ? ਤਦ ਜ਼ਿੰਦਗੀ ਵਿੱਚ ਕਿੰਨੀ ਘੁਟਨ ਜਿਹੀ ਆ ਜਾਂਦੀ। ਉਸ ਸਵੈ ਪੀੜਾ ਦੀ ਕਲਪਨਾ ਵੀ ਮੇਰੇ ਲਈ ਅਸਹਿ ਹੋ ਗਈ। ਇਸ ਲਈ ਮੈਂ ਸੋਚਿਆ ਕਿ ਤੁਹਾਨੂੰ ਮੁਕਤ ਕਰ ਦੇਵਾਂ। ਹੁਣ ਮੇਰਾ ਕੀ ਬਣਨਾ ਹੈ? ਛਾਂ ਛੱਡ ਧੁੱਪ ਵਿੱਚ ਆ ਗਈ ਹਾਂ, ਪਰ ਮੈਂ ਨਿਰਾਸ਼ਾ ਵਿੱਚ ਅਜਿਹਾ ਨਹੀਂ ਕੀਤਾ। ਜੀਵਨ ਪ੍ਰਤੀ ਅੱਜ ਮੇਰੀ ਸ਼ਰਧਾ ਵੱਧ ਗਈ ਹੈ, ਇਸ ਲਈ ਮੈਂ ਸਹਾਰਾ ਛੱਡ ਦਿੱਤਾ। ਇਹ ਸਹਾਰੇ ਦੀ ਗੱਲ ਹੀ ਸਾਨੂੰ ਮਜਬੂਰ ਕਰਦੀ ਹੈ। ਮਰਦ ਅਤੇ ਔਰਤ ਇੱਕ ਦੂਜੇ ਦੇ ਸਹਾਇਕ ਹਨ। ਦੋਹਾਂ ਦਾ ਕੁਦਰਤੀ ਰਿਸ਼ਤਾ ਜ਼ਰੂਰੀ ਹੈ, ਜ਼ਿੰਦਗੀ ਦੇ ਵਿਕਾਸ ਦਾ ਸਰਵਉੱਚ ਰਾਹ ਹੈ। ਪਰ ਇਸ ਵਪਾਰ ਵਿੱਚ ਅਸੀਂ ਬੇਸਹਾਰਾ ਮੰਨੀਆਂ ਜਾਂਦੀਆਂ ਅਤੇ ਮਰਦ ਮਜ਼ਬੂਤ ਸਹਾਰਾ। ਇਸ ਲਈ ਹਰ ਕੀਮਤ ਤੇ ਹਰ ਹੱਲ ਵਿੱਚ ਔਰਤ ਨੂੰ ਮਰਦ ਦਾ ਸਹਾਰਾ ਚਾਹੀਦਾ ਹੈ। ਅਜਿਹੀਆਂ ਧਾਰਨਾਵਾਂ ਘਰ ਕਰ ਗਈਆਂ ਹਨ। ਮਰਦ ਤੋਂ ਜ਼ਿਆਦਾ ਔਰਤਾਂ ਦੇ ਦਿਮਾਗ ਵਿੱਚ ਦਰਖਤ ਅਤੇ ਵੇਲ ਦਾ ਰੂਪਕ ਬਣਾ ਦਿੱਤਾ ਗਿਆ ਹੈ। ਬਸ ਇਸੇ ਹੀਨਤਾ ਨੇ ਸਾਡੀ ਅਜਿਹੀ ਦੁਰਦਸ਼ਾ ਕਰ ਦਿੱਤੀ ਹੈ। ਜੇ ਇਹ ਸਹਾਰਾ ਨਾ ਮਿਲੇ ਤਾਂ ਕਿ ਮੇਰੇ ਵਰਗੀ ਔਰਤ ਮਰ ਜਾਵੇ।
ਜਾਂ ਜਬਰੀ ਦੂਜੇ ਦੀ ਜ਼ਿੰਦਗੀ ਵਿਗਾੜ ਕੇ ਪਰਿਵਾਰ ਛੁਡਾ ਕੇ ਗਾਲਾਂ ਤਾਨੇ ਨਫ਼ਰਤ ਨਿੰਦਿਆ ਬੇਇੱਜ਼ਤੀ ਅਤੇ ਜਿੱਲਤ ਸਹਿ ਕੇ ਸਿਰਫ ਸਹਾਰੇ ਨਾਲ ਚਿੰਬੜੀ ਰਹੇ, ਸਿਰਫ ਇਸ ਲਈ ਕਿ ਉਹ ਜਿਉ ਸਕੇ। ਮੈਂ ਹੁਣ ਇਸ ਗੱਲ ਨੂੰ ਮਨੋਂ ਕੱਢ ਦਿੱਤਾ ਹੈ। ਆਪਸੀ ਸਹਾਰੇ ਦੀ ਗੱਲ ਹੋਵੇ ਤਾਂ ਬਹੁਤ ਚੰਗਾ ਹੈ, ਪਰ ਵੇਲ ਅਤੇ ਟਾਣਾ ਨਹੀਂ। ਨਹੀਂ, ਮੈਂ ਜ਼ਿੰਦਗੀ ਨੂੰ ਫਿਰ ਤੋਂ ਸ਼ੁਰੂ ਕਰਨ ਜਾ ਰਹੀ ਹਾਂ। ਇੱਥੋਂ ਦੀਆਂ ਹਾਲਤਾਂ ਵਿੱਚ ਜ਼ਿੰਦਗੀ ਫਿਰ ਤੋਂ ਸ਼ੁਰੂ ਨਹੀਂ ਕਰ ਸਕਦੀ। ਇੱਥੋਂ ਦੀ ਮਿੱਟੀ ਜ਼ਹਿਰੀਲੀ ਹੋ ਚੁੱਕੀ ਹੈ ਮੇਰੇ ਲਈ। ਮੈਂ ਹੋਰ ਮਿੱਟੀ ਵਿੱਚ ਜਾ ਜ਼ਿੰਦਗੀ ਦਾ ਬੂਟਾ ਲਾਵਾਂਗੀ। ਮੈਂ ਭੱਜ ਨਹੀਂ ਰਹੀ, ਨਵੀਂ ਜ਼ਿੰਦਗੀ ਦੀ ਭਾਲ ਵਿੱਚ ਹਾਂ। ਇੱਕ ਲਹਿਰ ਵਿਚਾਲੇ ਲਿਜਾ ਕੇ ਡੋਬ ਦਿੰਦੀ ਹੈ ਤਾਂ ਦੂਜੀ ਕਿਨਾਰੇ ਲਾ ਦਿੰਦੀ ਹੈ। ਮੈਂ ਦੂਜੀ ਲਹਿਰ ਤੇ ਜਾ ਰਹੀ ਹਾਂ। ਮੈਂ ਕਿਨਾਰੇ ਦੀ ਭਾਲ ਵਿੱਚ ਹਾਂ। ਸ਼ੀਲਾ। ਧੰਨਵਾਦ।